ਹਾਂਜੀ, ਆਪਾਂ ਸ਼ੁਰੂਆਤ ਕਰਦੇ ਹਾਂ। ਰਾਮਕਲੀ ਮਹੱਲਾ ਪਹਿਲਾ ਸਿੱਧ ਗੋਸ਼ਟ ਇੱਕ ਓ ਸਤਿਗੁਰ ਪ੍ਰਸਾਦ। ਸਿੱਧ ਸਭਾ ਕਰ ਆਸਣ ਬੈਠੇ ਸੰਤ ਸਭਾ ਜੈਕਾਰੋ। ਇਹ ਜਿਹੜੀ ਸਿੱਧ ਸਭਾ ਹੈ, ਰੱਬੀ ਮਜਲਿਸ, ਅਕਾਲ ਪੁਰਖ ਦੇ ਨਾਲ ਜਿਹੜੀ ਜੋਤੀ ਜੋਤ ਸਮਾਉਣ ਦੀ ਅਸੀਂ ਗੱਲ ਕਰ ਰਹੇ ਹਾਂ, ਜਿਨ੍ਹਾਂ ਨੇ ਭਗਤੀ ਕਰਕੇ, ਨਾਮ ਜਪ ਕੇ, ਨਾਮ ਦੇ ਮਾਰਗ ਤੇ ਚੱਲਦਿਆਂ ਆਪਣੇ ਆਪ ਨੂੰ ਜਗਾ ਕੇ, ਅੰਦਰ ਜੋਤ ਪ੍ਰਕਾਸ਼ ਕਰਕੇ ਜਿਹੜੇ ਉਸ ਅਵਸਥਾ ਤੱਕ ਪਹੁੰਚੇ ਨੇ, ਉਹਨਾਂ ਸੰਤਾਂ ਦੀ ਸਭਾ ਨੂੰ ਨਮਸਕਾਰ ਹੈ। ਨਮਸਕਾਰ ਦਾ ਮਤਲਬ ਇਹ ਨਹੀਂ ਕਿ ਮੱਥਾ ਟੇਕ ਕੇ, ਸੋ ਕਾਲਡ ਮੱਥਾ ਟੇਕ ਕੇ ਜ਼ਮੀਨ ਤੇ ਬੈਠੇ ਨੇ, ਨਾ। ਨਮਸਕਾਰ ਦਾ ਮਤਲਬ ਇਹ ਹੈ ਕਿ ਉਹਨਾਂ ਦੀ ਸਿੱਖਿਆ ਵੀ ਮੈਂ ਗ੍ਰਹਿਣ ਕਰਦਾ, ਉਹਨਾਂ ਨਾਲ ਗਿਆਨ ਦੀ ਸਾਂਝ ਜੋ ਉਹ ਮਾਰਗ ਦੱਸਣਗੇ, ਉਹ ਵੀ ਮੈਂ ਸਾਂਝ ਪਾਊਂਗਾ। ਸਿੱਧ ਸਭਾ ਰੱਬੀ ਮਜਲਿਸ ਦੇ ਵਿੱਚ, ਰੱਬੀ ਸਤ ਸੰਗ ਦੇ ਵਿੱਚ, ਜਿਨ੍ਹਾਂ ਨੇ ਆਪਣੇ ਆਪ ਨੂੰ ਪਹੁੰਚਾ ਦਿੱਤਾ ਭਗਤੀ ਦੇ ਕਰਕੇ, ਉਹਨਾਂ ਸੰਤਾਂ ਦੀ ਸਭਾ ਨੂੰ ਜੈਕਾਰ ਹੈ, ਨਮਸਕਾਰ ਹੈ। ਭਾਵ ਉਹਨਾਂ ਦੇ ਪੈਰ 'ਚ ਪੈਰ ਰੱਖ ਕੇ ਮੈਂ ਤੁਰਨਾ ਪਸੰਦ ਕਰਦਾ। ਤਿਸ ਆਗੇ ਰਹਿ ਰਾਸ ਹਮਾਰੀ ਸਾਚਾ ਅਪਰ ਅਪਾਰੋ। ਹੁਣ ਉਹਨਾਂ ਦਾ ਮਾਰਗ ਕੀ ਹੈ? ਉਹ ਕਰਤੇ ਪੁਰਖ ਦੇ ਅੱਗੇ ਹੀ ਢਹਿੰਦੇ ਨੇ, ਉਹ ਕਰਤੇ ਪੁਰਖ ਦੀ ਹੀ ਭਗਤੀ ਕਰਦੇ ਨੇ। ਰਾਸ ਪੂੰਜੀ, ਰਹਿ ਰਾਸ ਜਿਹੜੀ ਪੂੰਜੀ ਸਦਾ ਰਵੇ, ਜਿਹੜੀ ਪੂੰਜੀ ਸਦਾ ਸਾਡੇ ਨਾਲ ਨਿਭੇ, ਇੱਥੇ ਵੀ, ਹਲਤ ਵੀ ਤੇ ਪਲਤ ਵੀ, ਉਸ ਦੇ ਅੱਗੇ, ਤਿਸ ਆਗੇ ਰਹਿਰਾਸ ਹਮਾਰੀ ਸਾਚਾ ਅਪਰ ਅਪਾਰੋ। ਉਹ ਇਸ ਤਰ੍ਹਾਂ ਸੰਤ ਸਭਾ ਦੀ, ਉਹਨਾਂ ਨੂੰ ਫਾਲੋ ਕਰਕੇ, ਉਹਨਾਂ ਨੂੰ ਕਾਪੀ ਕਰਕੇ, ਉਹਨਾਂ ਦੇ ਪੈਰ 'ਚ ਪੈਰ ਰੱਖ ਕੇ ਮੈਂ ਇਹ ਪੂੰਜੀ ਕਰਤੇ ਪੁਰਖ ਦੇ ਨਾਮ ਦੀ ਇਕੱਤਰ ਕਰ ਰਿਹਾ ਹਾਂ। ਜਿਸ ਸਭਾ ਦੇ ਵਿੱਚ ਕਰਤਾ ਪੁਰਖ ਅਪਰ ਅਪਾਰ ਆਪ ਪ੍ਰਤੱਖ ਵਸ ਰਿਹਾ। ਵਾਹਿਗੁਰੂ, 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 ਵਾਹਿਗੁਰੂ। ਮਸਤਕ ਕਾਟ ਧਰੀ ਤਿਸ ਆਗੈ, ਤਨ ਮਨ ਆਗੈ ਦੇਉ। ਹੁਣ ਦੇਖੋ, ਇਹ ਮਸਤਕ ਕਾਟ ਕੇ ਆਪਣੀ ਮੱਤ ਦਾ ਤਿਆਗ ਕਰਨਾ, ਸਿੰਪਲ। ਧਰੀ ਤਿਸ ਆਗੈ, ਤਨ ਮਨ ਆਗੈ ਦੇਉ। ਇਹ ਇੱਕ ਇੱਕ ਈਡੀਅਮ ਜਿਸ ਤਰ੍ਹਾਂ ਵਰਤਿਆ ਹੋਏ ਬਾਬੇ ਨਾਨਕ ਨੇ, ਤਨ ਮਨ ਦੇਣ ਦਾ ਭਾਵ ਕੀ ਹੈ? ਤਨ ਵੀ ਦੇ ਦਈਏ, ਮਨ ਵੀ ਕਿੱਦਾਂ? ਤਨ ਕਿਹਨੂੰ ਦਈਏ ਜਾ ਕੇ? ਇਹ ਇੱਕ ਪੂਰੀ ਤਰ੍ਹਾਂ ਸਮਰਪਣ ਹੈ, ਆਪਣੀ ਮੱਤ ਦਾ, ਆਪਣੇ ਮਨ ਦਾ ਔਰ ਆਪਣੇ ਤਨ ਦਾ ਪੂਰੀ ਤਰ੍ਹਾਂ ਸਮਰਪਣ। ਇਸ ਨੂੰ ਕਹਿੰਦੇ ਆ ਮਸਤਕ ਕਾਟ ਧਰੀ ਤਿਸ ਆਗੈ, ਤਨ ਮਨ ਆਗੈ ਦੇਉ। ਐਵੇਂ ਗੱਲਾਂ ਨਾ ਕਰਾਂ। ਵਾਕਿਆ ਹੀ ਜਿੱਦਾਂ ਆਪਾਂ ਉਹ ਗੱਲ ਵੀ ਪਿੱਛੇ ਕੀਤੀ ਸੀ ਕਿ ਵਿਸ਼ਵਾਸ ਔਰ ਭਰੋਸੇ ਦੇ ਵਿੱਚ ਫਰਕ ਹੁੰਦਾ। ਵਿਸ਼ਵਾਸ ਜਿਹੜਾ ਹੈ ਉਹ ਕਦੇ ਵੀ ਟੁੱਟ ਸਕਦਾ। ਜਿਹੜਾ ਭਰੋਸਾ ਹੈ ਉਹ ਟੁੱਟੇਗਾ ਨਹੀਂ। ਉਹ ਪੂਰੇ ਸਮਰਪਣ ਦੇ ਵਿੱਚ ਉਹ ਭਰੋਸਾ ਨਿਖਰਦਾ ਹੈ। ਨਾਨਕ ਸੰਤ ਮਿਲੈ ਸੱਚ ਪਾਈਐ, ਸਹਿਜ ਪਾਏ ਜਸ ਲਿਉ। ਤੇ ਮੈਂ ਇਹ ਜਿਹੜੀ ਸਿੱਧ ਸਭਾ ਹੈ, ਇਹ ਜਿਹੜੀ ਸੰਤ ਮਿਲੈ ਅੰਦਰ, ਬਾਹਰ ਨਹੀਂ, ਅੰਦਰ ਮਿਲੈ, ਤਾਂ ਕਰਕੇ ਦੋ ਲਾਵਾਂ ਨੇ। ਉਸ ਕਰਤੇ ਪੁਰਖ ਨੂੰ, ਉਸ ਕਰਤੇ ਪੁਰਖ ਦੀ ਮਜਲਿਸ ਨੂੰ, ਉਸ ਕਰਤੇ ਪੁਰਖ ਦੇ ਸੰਗ ਨੂੰ ਮੈਂ ਨਾਮ ਅਭਿਆਸ ਦੇ ਨਾਲ ਆਪਣੇ ਅੰਦਰ ਹੀ ਪ੍ਰਗਟ ਕਰਦਾ।
ਔਰ ਬੜੇ ਸਹਿਜ ਦੇ ਨਾਲ ਪ੍ਰਗਟ ਕਰਦਾ, ਬੜੇ ਆਰਾਮ ਦੇ ਨਾਲ। ਕੋਈ ਕੋਈ ਕਿਸੇ ਦੁੱਖ ਤਕਲੀਫ਼ ਚੋਂ ਨਹੀਂ ਮੈਂ ਲੰਘਦਾ। ਜਿੱਦਾਂ ਸਿੱਧ ਜੰਗਲਾਂ 'ਚ ਜਾ ਕੇ ਹੋਰ ਪੱਤੇ ਬੰਨ੍ਹ ਕੇ, ਪੱਤੇ ਖਾ ਕੇ, ਕੰਦ-ਮੂਲ ਖਾ ਕੇ ਗੁਜ਼ਾਰਾ ਕਰਦੇ ਆ। ਕਹਿੰਦੇ ਮੈਂ ਸਹਿਜ ਭਾਏ ਇਸੇ ਦੁਨੀਆ 'ਚ ਹੀ ਰਹਿੰਦੇ-ਰਹਿੰਦੇ ਆਪਣਾ ਆਰਾਮ ਦੇ ਨਾਲ ਅ ਅ ਅ ਜਿਹੜੇ ਜਿਨ੍ਹਾਂ ਨੇ ਨਾਮ ਦਾ ਪ੍ਰਕਾਸ਼ ਆਪਣੇ ਅੰਦਰ ਕੀਤਾ ਹੈ, ਉਹਨਾਂ ਦੀ ਸੰਗਤ ਕਰਕੇ, ਉਹਨਾਂ ਦੇ ਪੈਰ 'ਚ ਪੈਰ ਰੱਖ ਕੇ ਮੈਂ ਇਹ ਜਿਹੜਾ ਸਹਿਜ ਭਾਏ ਉਸ ਅ ਨਾਮ ਦੀ ਉਸ ਚੌਥੇ ਪਦ ਦੀ ਅਵਸਥਾ ਤੱਕ ਪਹੁੰਚਦਾ ਹਾਂ। ਇਸ ਕਰਕੇ ਕਹਿੰਦੇ ਤੁਸੀਂ ਵੀ ਇਹ ਛੱਡੋ, ਕੀ ਕੀ ਚੱਕਰਾਂ 'ਚ ਪਏ ਹੋ, ਕੀ ਭੌਂਦੇ ਫਿਰਦੇ ਹੋ ਆਪਣੇ ਘਰ-ਬਾਰ ਛੱਡ ਕੇ, ਕਿਆ ਭਵੀ ਸੱਚੇ ਸੁੱਚਾ ਹੋਏ। ਨਾਮ ਦੇ ਜ਼ਰੀਏ, ਸਤਿਗੁਰ ਦੇ ਬਚਨ ਦੇ ਜ਼ਰੀਏ ਪਵਿੱਤਰ ਹੋਵੋ, ਪਾਇਸ ਜਿੱਦਾਂ ਦੇ ਅਕਾਲ ਪੁਰਖ ਨੇ ਤੁਹਾਨੂੰ ਭੇਜਿਆ ਸੀ, ਓਦਾਂ ਦੇ ਬਣਨ ਨੂੰ ਸਾਨੂੰ ਕਿਹਾ। ਉਸ ਤੋਂ ਬਿਨਾਂ ਮੁਕਤੀ ਨਹੀਂ ਹੋ ਸਕਦੀ। ਉਹ ਰਾਹ ਕਿਸ ਤਰ੍ਹਾਂ ਅਸੀਂ ਫੜਾਂਗੇ? ਸ਼ਬਦ ਦੇ ਜਾਪ ਦੇ ਨਾਲ, ਨਾਮ ਅਭਿਆਸ ਦੇ ਨਾਲ। ਨਾਮ ਅਭਿਆਸ ਤੋਂ ਬਿਨਾਂ ਮੁਕਤ ਨਹੀਂ ਹੋਇਆ ਜਾ ਸਕਦਾ। ਰਹਾਓ। ਹੁਣ ਇਹ ਸਵਾਲ ਆਇਆ, ਆਪਾਂ ਪਹਿਲਾਂ ਡਿਸਕਸ ਕਰ ਲਿਆ ਪਿੱਛੇ, ਪਰ ਇਨ ਸ਼ਾਰਟ 'ਚ ਆਪਾਂ ਕਰਦੇ ਚੱਲਾਂਗੇ। ਕਵਣ ਤੁਮੇ ਕਿਆ ਨਾਉ ਤੁਮਾਰਾ, ਕੌਣ ਮਾਰਗ, ਕੌਣ ਸੁਆਉ। ਤੁਸੀਂ ਕੌਣ ਹੋ? ਤੁਹਾਡਾ ਨਾਂ ਕੀ ਹੈ? ਤੁਹਾਡਾ ਮਾਰਗ ਕੀ ਹੈ? ਕਿਹੜੇ ਰਾਹ ਤੇ ਤੁਸੀਂ ਚੱਲਦੇ ਹੋ ਔਰ ਤੁਹਾਡਾ ਮਨੋਰਥ ਕੀ ਹੈ? ਬੜਾ ਸਿੰਪਲ ਜਿਹਾ ਕਰਕੇ ਦੱਸਦਾ ਬਾਬਾ ਨਾਨਕ, ਕਹਿੰਦੇ ਸਾਚ ਕਹੂੰ ਮੈਂ ਤੇ ਸੱਚ ਜੇ ਗੁਰ ਫਰਮਾਇਆ ਕਿਵਦੋਂ ਬੋਲੂੰ ਹਟਿਐ। ਮੈਂ ਉਸ ਕਰਤੇ ਪੁਰਖ ਦੇ ਨਾਮ ਨੂੰ ਕਹਿ ਰਿਹਾ। ਇਹੋ ਹੀ ਮੇਰੀ ਅਰਦਾਸ ਹੈ। ਬੇਨਤੀ ਰੂਪ ਹੋ ਕੇ ਨਾਮ ਜਪਣਾ, ਹਉ ਸੰਤ ਜਨਾਂ ਵੱਲ ਜਾਉ। ਤੇ ਜਿਹੜੇ ਇਸ ਰਾਹ ਤੇ ਤੁਰਦੇ ਨੇ, ਮੈਂ ਉਹਨਾਂ ਨੂੰ ਵੀ ਸਮਰਪਿਤ ਹਾਂ। ਮੈਂ ਉਹਨਾਂ ਦੇ ਅੱਗੇ ਵੀ ਬਲ ਹਾਰਦਾ। ਮੈਂ ਉਹਨਾਂ ਤੋਂ ਸਿੱਖਿਆ ਲੈਣਾ, ਮੈਂ ਉਹਨਾਂ ਦੇ ਪੈਰ 'ਚ ਪੈਰ ਰੱਖਦਾ। ਸਾਚ ਕਹੂੰ ਅਰਦਾਸ ਹਮਾਰੀ, ਹਉ ਸੰਤ ਜਨਾਂ ਬਲ ਜਾਉ। ਆ ਮੇਰਾ ਰਾਹ ਹੈ। ਕਹਿ ਬੈਸੋ ਕਹਿ ਰਹੀ ਹੈ ਬਾਲੇ, ਕਹਿ ਆਵੋ ਕਹਿ ਜਾਓ। हे ਬਾਲਕ, ਕਿਉਂਕਿ ਸਿੱਧ ਬੜੇ ਬੜੇ ਉਮਰ ਵਾਲੇ ਸਨ। ਇਹਨਾਂ ਦੀ ਉਮਰ 100-100 ਸਾਲ, 200-200 ਸਾਲ ਦੀ ਸੀ। ਜਦੋਂ ਦੇਖਿਆ ਉਹਨਾਂ ਨੇ ਵੀ ਬੜਾ ਇਹ ਬਾਲਕ ਜਿਹੜਾ ਹੈ, ਗੁਰੂ ਨਾਨਕ ਉਸ ਵੇਲੇ ਭਰ ਜਵਾਨੀ 'ਚ, ਕਹਿੰਦੇ ਬੜੇ ਆਰਾਮ ਨਾਲ ਇਹ ਬਾਲਕ ਉੱਤਰ ਦੇ ਰਿਹਾ ਹੈ। ਕਹਿੰਦੇ ਇਹ ਮਨ ਨੂੰ ਏਦਾਂ ਸ਼ਾਂਤ ਕਿੱਦਾਂ ਕੀਤਾ? ਕਿੱਦਾਂ ਮਨ ਨੂੰ ਬਿਠਾ ਲਿਆ? ਕਿੱਦਾਂ ਮਨ ਨੂੰ ਖੜਾ ਕੀਤਾ? ਤੇ ਫਿਰ ਉਸ ਅਵਸਥਾ 'ਚ ਟਿਕਿਆ ਕਿਵੇਂ ਪਿਆ? ਕਹਿ ਬੈਸੋ ਕਹਿ ਰਹੀ ਹੈ। ਇਹ ਨਹੀਂ ਹੈ ਵੀ ਕਿੱਥੇ ਬੈਠਦਾ ਤੇ ਕਿੱਥੇ ਰਹਿਣਾ, ਨਹੀਂ। ਕਹਿੰਦੇ ਮਨ ਨੂੰ ਬਿਠਾਲਿਆ ਕਿੱਦਾਂ? ਮਨ ਨੂੰ ਖੜਾ ਕਿੱਦਾਂ ਕੀਤਾ? ਫਿਰ ਉਸ ਅਵਸਥਾ ਨੂੰ ਸੰਭਾਲਿਆ ਕਿੱਦਾਂ? ਕਹਿ ਆਵੋ, ਕਹਿ ਜਾਓ। ਇਹ ਕਿਹਦੇ ਆਸਰੇ ਇੰਨਾ ਇੰਨਾ ਸ਼ਾਂਤ ਹੈ ਤੂੰ? ਬਾਬਾ ਨਾਨਕ। ਕਵਨ ਤੁਮੇ ਕਿਆ ਨਾਉ ਤੁਮਾਰਾ, ਕੌਣ ਮਾਰਗ ਕੌਣ ਸੁਆਓ। ਸਾਚ ਕਹੂੰ ਅਰਦਾਸ ਹਮਾਰੀ, ਹਉ ਸੰਤ ਜਨਾਂ ਬਲ ਜਾਉ। ਕਹਿ ਬੈਸੋ ਕਹਿ ਰਹੀ ਹੈ ਬਾਲੇ, ਕਹਿ ਆਵੋ ਕਹਿ ਜਾਓ। ਤੁਹਾਡੀ ਜਿਹੜੀ ਸੁਰਤ ਹੈ, ਇਹ ਕਿੱਥੇ ਜੁੜਦੀ ਹੈ? ਕਿੱਥੋਂ ਆਉਂਦੇ ਹੋ ਤੇ ਕਿੱਥੇ ਜਾਂਦੇ ਹੋ? ਹੁਣ ਇੱਥੇ ਥੋੜ੍ਹਾ ਜਿਹਾ ਵਿਚਾਰਨਾ ਪੈਣਾ। ਨਾਨਕ ਬੋਲੇ ਸੁਣ ਬੈਰਾਗੀ। ਨਾਨਕ ਬੋਲੇ ਸੁਣ ਬੈਰਾਗੀ।
ਹੁਣ ਨਾਨਕ ਦੱਸ ਰਹੇ ਨੇ ਕਿ ਮੈਂ ਬੇਨਤੀ ਰੂਪ ਹੋ ਕੇ ਇਬਾਦਤ ਕਰਦਾ। ਸੰਤ ਜਨਾਂ ਤੋਂ ਬਲ ਜਾ ਰਿਹਾ ਕਿ ਉਹਨਾਂ ਦੇ ਪੈਰ 'ਚ ਪੈਰ ਰੱਖ ਰਿਹਾ, ਲੇਮੈਨ ਲੈਂਗੁਏਜ ਉਹਨਾਂ ਨੂੰ ਕਾਪੀ ਕਰਦਾ, ਉਹਨਾਂ ਦੀ ਸੰਗਤ ਕਰਦਾ। ਫਿਰ ਉਹ ਪੁੱਛਦੇ ਆ ਕਿ ਮਨ ਖੜਾ ਕਿਵੇਂ ਕੀਤਾ ਹੈ? ਵਿਚਾਰਾਂ ਤੋਂ ਰਹਿਤ ਮਨ ਕਿਵੇਂ ਕਿਸ ਰਸਤੇ ਤੇ ਤੁਰ ਕੇ ਇਹ ਮਨ ਦੀ ਅਵਸਥਾ ਬਣਾਈ ਹੈ? ਔਰ ਕਿਵੇਂ ਉਸ ਟਿਕਾ ਨੂੰ ਕੰਟੀਨਿਊ ਅਸੀਂ ਵੀ ਕਰ ਸਕਦੇ ਹਾਂ? ਹੁਣ ਬੈਰਾਗੀ ਕਹਿ ਰਿਹਾ ਇੱਥੇ, ਜੋਗੀ ਕਹਿ ਰਿਹਾ, ਸੁਣ ਨਾਨਕ ਸੁਣ, ਤੇਰਾ ਰਾਹ ਕੀ ਹੈ? ਇਹ ਨਹੀਂ ਵੀ ਨਾਨਕ ਬੋਲਾ, ਉਹ ਕੁਐਸਚਨ ਤੇ ਅਗਲਾ ਕਰ ਰਿਹਾ, ਚਰਪਟ ਕੁਐਸਚਨ ਤੇ ਅਗਲਾ ਕਰ ਰਿਹਾ। ਇੱਥੇ ਬਾਣੀ ਦੇ ਭੇਦ ਨੂੰ ਅਸੀਂ ਸਮਝਣਾ। ਇੱਥੇ ਇਹ ਇਹ ਕਰਤੇ ਪੁਰਖ ਦੀਆਂ ਜਿਹੜੀਆਂ ਵਡਿਆਈਆਂ ਨੇ, ਉਹ ਕਰਤਾ ਪੁਰਖ ਆਪਣੇ ਨਾਮ ਦੇ ਨਾਲ ਬਖਸ਼ਿਸ਼ ਕਰਦਾ ਰਹਿੰਦਾ। ਇੱਥੇ ਨਾਨਕ ਨਹੀਂ ਬੋਲ ਰਿਹਾ, ਇੱਥੇ ਬੈਰਾਗੀ ਬੋਲ ਰਿਹਾ। ਆਪਾਂ ਕਹਿੰਦੇ ਨਹੀਂ ਯਾਰ ਮੇਰੀ ਗੱਲ ਸੁਣ। ਬੈਰਾਗੀ ਬੋਲ ਰਿਹਾ ਨਾਨਕ ਨੂੰ, ਕਹਿੰਦਾ ਨਾਨਕ ਜੀ ਸੁਣੋ, ਤੁਹਾਡਾ ਮਾਰਗ ਕਿਹੜਾ? ਆਹ ਤੇ ਦੱਸੋ। ਨਾਨਕ ਬੋਲੇ ਸੁਣ ਬੈਰਾਗੀ। ਨਹੀਂ, ਇੱਥੇ ਅੰਤਰੀਵ ਭਾਵ ਜਿਹੜਾ ਇਸ ਤਰ੍ਹਾਂ ਹੋਏਗਾ ਕਿ ਬੈਰਾਗੀ ਬੋਲ ਰਿਹਾ, ਕਿਉਂਕਿ ਕੁਐਸਚਨ ਉਹ ਕਰ ਰਹੇ ਨੇ, ਨਾਨਕ ਜੀ ਨੂੰ ਕਹਿ ਰਹੇ ਨੇ ਸੁਣੋ, ਤੁਹਾਡਾ ਰਾਹ ਕਿਹੜਾ? ਨਾਨਕ ਨੇ ਤੇ ਅੱਗੇ ਕਲੀਅਰ ਕੀਤਾ, ਕਹਿੰਦਾ ਕਿਆ ਭਵੀਐ ਸੱਚ ਸੂਚਾ ਹੋਏ, ਸਾਚ ਸ਼ਬਦ ਬਿਨ ਮੁਕਤ ਨਾ ਕੋਈ। ਅੱਗੇ ਫਿਰ ਦੇਖੋ ਗੱਲ ਕਿੱਥੇ ਜਾਂਦੀ, ਘਟ ਘਟ ਬੈਸ ਨਿਰੰਤਰ ਰਹੀਐ, ਚੱਲ ਸਤਿਗੁਰ ਭਾਏ। ਕਹਿੰਦੇ ਉਹ ਜਿਹੜਾ ਸਰਬ ਵਿਆਪੀ ਅਕਾਲ ਪੁਰਖ ਹੈ, ਜਿਹੜਾ ਨਿਰੰਤਰ ਸਾਡੇ ਅੰਦਰ ਹੈ, ਉਹਨੇ ਕਿਤੇ ਬਾਹਰੋਂ ਆ ਕੇ ਨਹੀਂ ਅੰਦਰ ਪ੍ਰਗਟ ਹੋਣਾ, ਅੰਦਰ ਹੀ ਹੈ। ਅਸੀਂ ਉਹਨੂੰ ਪ੍ਰਗਟ ਕਰਨਾ ਆਪਣੇ ਅੰਦਰ। ਘਾਟੇ ਘਾਟੇ ਬੈਸ ਨਿਰੰਤਰ ਅੰਦਰ ਹੀ ਰਹੀ ਹੈ, ਚੱਲੇ ਸਤਿਗੁਰ ਭਾਏ। ਉਹਦੇ ਹੁਕਮ ਦੇ ਵਿੱਚ ਮੈਂ ਚੱਲਦਾ, ਜਿਹੜਾ ਘਟ ਘਟ ਦੇ ਵਿੱਚ ਵਸ ਰਿਹਾ, ਜਿਹੜਾ ਸਰਬ ਵਿਆਪੀ ਹੈ। ਤੇ ਉਹਦਾ ਹੁਕਮ ਕੀ ਹੈ? ਇੱਕੋ ਨਾਮ ਹੁਕਮ ਹੈ। ਮੈਂ ਤੇ ਨਾਮ ਹੀ ਜਪਦਾ, ਹੋਰ ਕੁਝ ਕਰਦਾ ਹੀ ਨਹੀਂ। ਸਹਿਜੇ ਆਏ ਹੁਕਮ ਸਿਧਾਏ, ਨਾਨਕ ਸਦਾ ਰਜਾਏ। ਕਹਿੰਦੇ ਉਸ ਅਕਾਲ ਦੇ ਹੁਕਮ ਦੇ ਵਿੱਚ ਹੀ ਅਸੀਂ ਇੱਥੇ ਆਏ ਹਾਂ, ਹੁਕਮ ਦੇ ਵਿੱਚ ਹੀ ਵਿਚਰ ਰਹੇ ਹਾਂ ਤੇ ਹੁਕਮ ਦੇ ਵਿੱਚ ਹੀ ਰਹਿ ਰਹੇ ਹਾਂ। ਹੁਕਮ ਦੇ ਮੁਤਾਬਕ ਨਾਮ ਜਪ ਕੇ ਉਹਦੀ ਰਜ਼ਾ ਦੇ ਵਿੱਚ ਰਹਿ ਰਹੇ। ਆਸਣ ਬੈਸਣ ਥਿਰ ਨਾਰਾਇਣ, ਐਸੀ ਗੁਰਮਤਿ ਪਾਏ। ਆਸਣ ਬੈਸਣ ਥਿਰ ਨਾਰਾਇਣ, ਗੁਰਮੁਖ ਸਿਸਟਮ ਦੇ ਵਿੱਚ ਆ ਕੇ ਉਸ ਸਦਾ ਰਹਿਣ ਵਾਲੇ ਅਕਾਲ ਪੁਰਖ ਦੇ ਨਾਮ ਨੂੰ ਧਿਆ ਕੇ ਇਹ ਗੁਰਮਤਿ, ਇਹ ਸਿੱਖਿਆ ਮੈਂ ਉਥੋਂ ਪ੍ਰਾਪਤ ਕੀਤੀ ਹੈ। ਗੁਰਮੁਖ ਬੁੱਝੈ ਆਪ ਪਛਾਣੈ, ਗੁਰੂ ਦੇ ਦੱਸੇ ਰਾਹ ਤੇ ਗੁਰਮੁਖ ਸਿਸਟਮ ਦੇ ਵਿੱਚ ਆ ਕੇ
ਮੈਂ ਇਹ ਚੀਜ਼ ਬੁੱਝ ਲਈ ਹੈ, ਆਪਣਾ ਆਪ ਐਨਾਲਿਸਿਸ ਕੀਤਾ ਤੇ ਉਸ ਦੀ ਰਜ਼ਾ ਦੇ ਮੁਤਾਬਕ ਨਾਮ ਜਪ ਕੇ ਅਕਾਲ ਦੀ ਬੰਦਗੀ ਦੇ ਵਿੱਚ ਲੱਗ ਕੇ ਮੈਂ ਉਹਦੇ ਗੁਰਪ੍ਰਸਾਦ ਦਾ ਪਾਤਰ ਬਣ ਕੇ ਉਹਦੇ ਵਿੱਚ ਹੀ ਸਮਾ ਜਾਨਾ। ਸਿੰਪਲ, ਘਟ ਘਟ ਬੈਸ ਨਿਰੰਤਰ ਰਹੀ ਹੈ, ਚਾਲੇ ਸਤਿਗੁਰ ਭਾਏ। ਉਹ ਜਿਹੜਾ ਅਕਾਲ ਪੁਰਖ ਹੈ, ਜਿਹੜਾ ਘਟ ਘਟ ਦੇ ਵਿੱਚ ਵਸਦਾ ਹੈ, ਮੈਂ ਉਹਦਾ ਨਾਮ ਜਪਦਾ ਤੇ ਉਹਦੇ ਭਾਣੇ ਦੇ ਵਿੱਚ ਰਹਿਣਾ। ਉਹਦੇ ਹੁਕਮ 'ਚ ਹੀ ਆਇਆ, ਉਹਦੇ ਹੁਕਮ 'ਚ ਹੀ ਵਿਚਰ ਰਿਹਾ ਤੇ ਹੁਕਮ 'ਚ ਹੀ ਰਹਿ ਰਿਹਾ। ਤੇ ਉਸ ਸੱਤੇ ਗੁਰ, ਸੱਤੇ ਤੱਤੇ ਨੂੰ ਸਿਹਾਰੀ, ਜਿਹੜਾ ਸਦਾ ਰਹਿਣ ਵਾਲਾ, ਸਦਾ ਕਾਇਮ ਹੈ, ਸਤਿਗੁਰ। ਉਸ ਦਾ ਨਾਮ ਜਪ ਕੇ ਆਪਾਂ ਚੀਨ ਕੇ, ਆਪਾਂ ਐਨਾਲਿਸਿਸ ਕਰਕੇ, ਕਿਉਂਕਿ ਤੁਹਾਡੇ ਬਾਰੇ ਤੁਹਾਨੂੰ ਪਤਾ ਤੁਹਾਡੇ ਅੰਦਰ ਕੀ ਹੈ, ਕਿਸ ਤਰ੍ਹਾਂ ਦੇ ਤੁਹਾਡੇ ਤੁਹਾਡਾ ਜਿਹੜਾ ਲਾਈਫ ਸਟਾਈਲ ਕਿੱਦਾਂ ਦਾ। ਗੁਰਮੁਖ ਸਿਸਟਮ ਦੇ ਵਿੱਚ ਆ ਕੇ ਮੈਂ ਆਪਾ ਪਛਾਣ ਕੇ ਆਪ ਪਛਾਣੈ, ਸੱਚੇ ਸੱਚ ਸਮਾਏ। ਉਹਦੀ ਕਿਰਪਾ ਦੇ ਨਾਲ ਮੈਂ ਉਹਦੇ ਵਿੱਚ ਹੀ ਜੁੜਿਆ ਰਹਿਣਾ, ਜਿਉਂਦੇ ਜੀ ਜੁੜਿਆ ਰਹਿਣਾ। ਦੁਨੀਆ ਸਾਗਰ ਦੁੱਤਰ ਕਹੀਐ, ਕਿਉ ਕਰ ਪਾਈਐ ਪਾਰੋ। ਦੁਨੀਆ ਸਾਗਰ ਦੁੱਤਰ ਰਹੀ ਹੈ, ਐਸਾ ਦੁੱਤਰ ਸਾਗਰ ਹੈ, ਭਵ ਸਾਗਰ ਹੈ, ਜਿਸ ਨੂੰ ਤਰਨਾ ਔਖਾ ਹੈ, ਜਿਹਦੇ ਪਾਰ ਲੱਗਣਾ ਔਖਾ ਹੈ। ਉਹ ਚਰਪਟ ਜੋਗੀ ਪ੍ਰਸ਼ਨ ਕਰ ਰਿਹਾ ਹੈ, ਇਹ ਜਗਤ ਇੱਕ ਐਸਾ ਸਮੁੰਦਰ ਹੈ ਜਿਹਨੂੰ ਤਰਨਾ ਬੜਾ ਔਖਾ ਹੈ। ਇਹਦੇ ਤੋਂ ਪਾਰ ਕਿਵੇਂ ਲੰਘਿਆ ਜਾਏ। ਹੁਣ ਥੋੜੇ ਜਿਹੇ ਉਹ ਠੰਡੇ ਜਿਹੇ ਹੋ ਗਏ ਨੇ ਗੁਰੂ ਨਾਨਕ ਦੇ ਉੱਤਰ ਸੁਣ ਕੇ, ਕਿਉਂਕਿ ਮਾਰਗ ਤੇ ਉਹ ਵੀ ਫੋਲੋ ਕਰ ਰਹੇ ਸੀ, ਕੁਛ ਨਾ ਕੁਛ ਤੇ ਲੱਭ ਕੇ ਉਹ ਜ਼ਰੂਰ ਬੈਠੇ ਸੀ, ਲੇਕਿਨ ਉਹਨਾਂ ਕੋਲ ਇੱਕ ਦਾ ਮਾਰਗ ਨਹੀਂ ਸੀ। ਉਹ ਤੀਰਥਾਂ ਤੇ ਪਾਉਂਦੇ ਸੀ, ਜੰਗਲਾਂ 'ਚ ਰਹਿੰਦੇ ਸੀ, ਪਰਿਵਾਰ ਤਿਆਗ ਤੇ ਸੀ, ਕਈ ਤੇ ਬੜੇ ਰਾਜੇ ਸੀ। ਉਹ ਆਪਣਾ ਰਾਜ ਭਾਗ ਛੱਡ ਕੇ ਆਏ ਸੀ, ਜੋਗੀ ਹੋ ਗਏ ਸੀ। ਐਸੇ ਜਵਾਬ ਸੁਣ ਕੇ, ਇੱਕ ਦੀ ਗੱਲ ਸੁਣ ਕੇ ਉਹ ਥੋੜੇ ਜਿਹੇ ਠੰਡੇ ਹੋ ਗਏ। ਕਹਿੰਦੇ ਦੁਨੀਆ ਸਾਗਰ ਦੁੱਤਰ ਕਹੀਐ, ਕਿਉ ਕਰ ਪਾਈਐ ਪਾਰੋ। ਇਹ ਐਡਾ ਜਿਹੜਾ ਜਗਤ ਸਮੁੰਦਰ ਹੈ, ਭਾਵ ਸਾਗਰ ਹੈ, ਜਿਹਨੂੰ ਤਰਨਾ ਔਖਾ ਹੈ, ਇਹ ਸਮੁੰਦਰ ਦਾ ਪਾਰਲਾ ਕੰਢਾ ਕਿਵੇਂ ਲੱਭੇ ਸਾਨੂੰ। ਚਰਪਟ ਬੋਲੇ, ਔਧੂ ਨਾਨਕ ਦੇਹ ਸੱਚਾ ਵਿਚਾਰੋ। ਔਧੂ ਦਾ ਮਤਲਬ ਹੈ ਵਿਰਕਤ, ਜਿਹੜਾ ਮਾਇਆ ਤੋਂ ਪਰੇ ਚਲਾ ਗਿਆ। ਝੱਟ ਪਛਾਣ ਲਿਆ ਉਹਨਾਂ ਨੇ ਕਿ ਇਹ ਜਿਹੜਾ ਐਸੀਆਂ ਗੱਲਾਂ ਕਰ ਰਿਹਾ, ਇਹ ਮਾਇਆ ਤੋਂ ਤੇ ਲੰਘਿਆ, ਇਹ ਵਿਰਕਤ ਹੋ ਗਿਆ, ਇਹ ਉਸ ਕਰਤੇ ਪੁਰਖ ਦਾ ਰੂਪ ਬਣ ਚੁੱਕਾ। ਕਹਿੰਦੇ ਮੈਨੂੰ ਏਦਾਂ ਦੀ ਵਿਚਾਰ ਦੱਸ ਕਿ ਮੈਂ ਹੁਣ ਲੰਘਾਂ ਕਿਵੇਂ, ਐਸ ਭਵ ਸਾਗਰ ਤੋਂ ਪਾਰ ਕਿਵੇਂ ਲੰਘਾਂ। ਆਪੇ ਆਖੈ ਆਪੇ ਸਮਝੈ, ਤਿਸ ਕਿਆ ਉੱਤਰ ਦੀਜੈ। ਕਹਿੰਦੇ ਓਏ ਤੂੰ ਆਪ ਹੀ ਕਹੀ ਜਾਂਦਾ, ਆਪ ਹੀ ਸਮਝ ਰਿਹਾ, ਤੈਨੂੰ ਤਾਂ ਸਾਰਾ ਕੁਝ ਪਤਾ, ਮੈਂ ਤੈਨੂੰ ਕੀ ਆਨਸਰ ਦੇਵਾਂ। ਆਪਾਂ ਨਹੀਂ ਕਹਿੰਦੇ ਬੋਲੀ ਦੇ ਵਿੱਚ, ਯਾਰ ਤੂੰ
ਆਪਣੇ ਸਵਾਲ ਦਾ ਆਪ ਹੀ ਜਵਾਬ ਦੇਈ ਜਾ ਰਿਹਾ, ਤੈਨੂੰ ਮੈਂ ਕੀ ਦੱਸਾਂ? ਆਪੇ ਆਖੈ, ਆਪੇ ਸਮਝੈ, ਤਿਸ ਕਿਆ ਉੱਤਰ ਦੀਜੈ। ਕਿ ਇਹਨੂੰ ਤੇ ਪਤਾ ਲੱਗ ਗਿਆ ਗੁਰੂ ਨਾਨਕ ਨੂੰ ਵੀ ਇਹਨੂੰ ਤੇ ਭਵ ਸਾਗਰ ਦਾ ਵੀ ਪਤਾ ਹੈ, ਇਹਨੂੰ ਮਾਇਆ ਦਾ ਵੀ ਪਤਾ ਹੈ, ਇਹਨੂੰ ਪਰਮਾਤਮਾ ਦੀ ਪ੍ਰਾਪਤੀ ਦੇ ਰਾਹ ਦੇ ਉੱਤੇ ਤੇ ਚੱਲ ਰਿਹਾ ਹੈ। ਸਾਚ ਕਹੋ ਤੁਮ ਪਾਰ ਗ੍ਰਾਮੀ, ਤੁਝ ਕਿਆ ਬੈਸਣ ਦੀਜੈ। ਕਹਿੰਦੇ ਨਾਮ ਜਪੋ ਤੇ ਮਾਇਆ ਤੋਂ, ਭਵ ਸਾਗਰ ਤੋਂ ਪਾਰ ਗ੍ਰਾਮੀ, ਮਾਇਆ ਦੇ ਜਿਹੜਾ ਸੰਸਾਰ ਹੈ, ਇਹ ਸਾਗਰ ਹੈ, ਇਹਦੇ ਤੋਂ ਲੰਘ ਜਾਓ। ਸਾਚ ਕਹੋ ਤੁਮ ਪਾਰ ਗ੍ਰਾਮੀ, ਤੁਝ ਕਿਆ ਬੈਸਣ ਦੀਜੈ। ਸਦਾ ਰਹਿਣ ਵਾਲੇ ਅਕਾਲ ਪੁਰਖ ਨੂੰ ਜਪੋ, ਉਹਦੇ ਨਾਂ ਨੂੰ ਜਪੋ, ਤੇ ਇਸੇ ਦੇ ਨਾਲ ਹੀ ਤੁਸੀਂ ਪਾਰ ਲੰਘ ਜਾਓਗੇ। ਕਿਆ ਭਵੀਐ ਸੱਚ ਸੂਚਾ ਹੋਏ, ਸਾਚ ਸ਼ਬਦ ਬਿਨ ਮੁਕਤ ਨਾ ਕੋਇ। ਅੱਗੇ ਚਲਿए। पंजवां अंक। जैसे जल में कमल निरालम, मुरगाई नैसाणे। कमल पानी चों निकलदा, लेकिन पानी भेजदा नहीं है, पानी दे विच भेजदा नहीं है। इसे तरह मुरगाबी जिहड़ी है, उत्तों उड़दी उड़दी पानी चों मच्छी फड़ के ले जांदी है, अपने खंभ जिहड़े आ ओह गिले नहीं होण दिंदी, ਉਹਦੇ ਖੰਭ ਵੀ ਪਾਣੀ ਨਾਲ ਭਿੱਜਦੇ ਨਹੀਂ। ਕਹਿੰਦੇ ਜਿੱਦਾਂ ਕਮਲ ਦਾ ਫੁੱਲ ਪਾਣੀ ਨਾਲੋਂ ਨਿਰਾਲਾ ਰਹਿੰਦਾ, ਵੱਖਰਾ ਰਹਿੰਦਾ, ਜਿਵੇਂ ਨਦੀ 'ਚ ਮੁਰਗਾਬੀ ਜਿਹੜੀ ਹੈ, ਉਹ ਆਪਣੇ ਖੰਭ ਨਹੀਂ ਗਿੱਲੇ ਹੋਣ ਦਿੰਦੀ। ਸੁਰਤ ਸ਼ਬਦ ਭਵ ਸਾਗਰ ਤਰੀ ਹੈ। ਮੈਂ ਆਪਣੀ ਸੁਰਤੀ ਦੇ ਨਾਲ ਉਸ ਸ਼ਬਦ ਦੇ ਵਿੱਚ ਗੜੂੰਦ ਹੋ ਜਾਨਾ ਤੇ ਮਾਇਆ ਮੈਨੂੰ ਪੋਹ ਨਹੀਂ ਸਕਦੀ। ਇਸ ਤਰ੍ਹਾਂ ਮੈਂ ਭਵ ਸਾਗਰ ਤੋਂ ਪਾਰ ਲੰਘਿਆ। ਨਾਮ ਜਪ ਜਪ ਕੇ ਨਾਨਕ ਨਾਮ ਵਖਾਣੈ। ਸ਼ਬਦ ਦੇ ਵਿੱਚ ਮੈਂ ਆਪਣੀ ਸੁਰਤੀ ਨੂੰ ਮਿਲਾ ਦਿੰਨਾ। ਰਹੇ ਇਕਾਂਤ, ਏਕੋ ਮਨ ਵਸਿਆ। ਤੁਸੀਂ ਕਹਿੰਦੇ ਇਕਾਂਤ ਜੰਗਲ 'ਚ ਆ ਕੇ ਭਾਲਦੇ ਹੋ, ਮੈਂ ਜਿਹੜੀ ਇਕਾਂਤ ਹੈ, ਮੈਂ ਵਿਚਾਰਾਂ ਵੱਲੋਂ ਆਪਣੇ ਮਨ ਨੂੰ ਪਰੇ ਲੈ ਗਿਆ। ਵਿਚਾਰਾਂ ਤੋਂ ਮਨ ਨੂੰ ਪਰੇ ਲੈ ਗਿਆ। ਰਹੇ ਇਕਾਂਤ, ਏਕੋ ਮਨ ਵਸਿਆ। ਮੇਰੇ ਮਨ 'ਚ ਹੋਰ ਕੁਛ ਹੈ ਹੀ ਨਹੀਂ, ਵਿਚਾਰ ਹੀ ਨਹੀਂ ਚੱਲਦੇ। ਆਸਾ ਮਾਹੇ ਨਿਰਾਸੋ। ਸੁਰਤ ਸ਼ਬਦ ਭਵ ਸਾਗਰ ਤਰੀਐ, ਨਾਨਕ ਨਾਮ ਵਖਾਣੇ। ਇਸ ਤਰੀਕੇ ਦੇ ਨਾਲ ਰਹੇ ਇਕਾਂਤ, ਏਕੋ ਮਨ ਵਸਿਆ, ਆਸਾ ਮਾਹੇ ਨਿਰਾਸੋ। ਤੋ ਜਿਨ੍ਹਾਂ ਦੇ ਅੰਦਰ ਅਕਾਲ ਪੁਰਖ ਦਾ ਨਾਮ ਚੱਲਦਾ ਹੈ ਜਾਂ ਅਕਾਲ ਪੁਰਖ ਵਸਦਾ ਹੈ, ਉਹ ਸੰਸਾਰ 'ਚ ਰਹਿੰਦੇ ਹੋਏ ਵੀ ਸੰਸਾਰ ਤੋਂ ਲਾਂਭੇ ਇਕਾਂਤ ਵਿੱਚ ਵਸਦੇ ਨੇ। ਇਹੀ ਉਹਨਾਂ ਲਈ ਇਕਾਂਤ ਹੈ। ਇਹਦੇ ਨਾਲ ਅਗਮ, ਅਗੋਚਰ, ਦੇਖ, ਦਿਖਾਏ, ਅਜਿਹੇ ਲਾਈਫ ਸਟਾਈਲ ਵਾਲਾ, ਅਜਿਹੇ ਜੀਵਨ ਵਾਲਾ ਜੋ ਅਭਿਆਸੀ ਹੈ, ਮਨੁੱਖ ਹੈ, ਉਹ ਉਸ ਅਗਮ, ਅਗੋਚਰ,
ਜਿਹਦੇ ਬਾਰੇ ਜਾਣਿਆ ਨਹੀਂ ਜਾ ਸਕਦਾ, ਜਿਹਨੂੰ ਪਕੜਿਆ ਨਹੀਂ ਜਾ ਸਕਦਾ, ਉਸ ਅਗਮ ਅਗੋਚਰ ਦਾ ਦਰਸ਼ਨ ਕਰਦਾ ਹੈ। ਅਗਮ ਅਗੋਚਰ ਦੇਖ ਦਿਖਾਏ। ਤੇ ਮੈਂ ਨਾਨਕ ਉਸ ਅਗਮ ਅਗੋਚਰ ਦਾ, ਉਸ ਕਰਤੇ ਪੁਰਖ ਦਾ ਦਾਸ ਹਾਂ। ਅੱਛਾ, ਇਹ ਗੱਲਾਂ ਸੁਣ ਕੇ ਉਹਨਾਂ ਨੂੰ ਯਕੀਨ ਹੋ ਗਿਆ ਵੀ ਇਹ ਕੋਈ ਮਾਮੂਲੀ ਇਨਸਾਨ ਨਹੀਂ ਹੈ, ਜਿਹਨੂੰ ਅਸੀਂ ਬਾਲਕ ਕਹਿ ਰਹੇ ਹਾਂ, ਜਿਹਨੂੰ ਅਸੀਂ ਐਵੇਂ ਹੀ ਸਮਝ ਰਹੇ ਹਾਂ, ਜਿਹੜਾ ਇਹ ਜੋਤ ਦੀਆਂ ਗੱਲਾਂ ਕਰ ਰਿਹਾ, ਪ੍ਰਕਾਸ਼ ਦੀਆਂ, ਮਨ ਦਾ ਜਿਹਨੇ ਆਸਣ ਲਵਾਇਆ, ਮਨ ਜਿਹਦਾ ਬੈਠਿਆ ਚਲਾਈਮਾਨ ਨਹੀਂ ਹੈ, ਜੋ ਇੱਕ ਸ਼ਬਦ ਦੀ ਗੱਲ ਕਰ ਰਿਹਾ, ਉਹ ਝੇਪ ਗਏ, ਚੰਗੀ ਤਰ੍ਹਾਂ ਝੇਪ ਗਏ। ਹੱਥ ਜੋੜਤੇ ਉਹਨਾਂ ਨੇ। ਨਿਸ਼ਾਨੀ ਕੀ ਆਈ? ਕਹਿੰਦੇ ਸੁਣ ਸੁਆਮੀ। ਉਹ ਬਾਲਾ ਬਾਲਾ ਕਰਦੇ, ਉਹਨੂੰ ਕਹਿੰਦੇ ਮਾਲਕ, ਉਹਨੂੰ ਕਹਿੰਦੇ ਸਾਹਿਬ ਜੀ, ਸੁਣ ਸੁਆਮੀ, ਸੁਣ ਮੇਰੇ ਮਾਲਕ। ਅਰਦਾਸ ਹਮਾਰੀ ਪੁੱਛੋ ਸਾਚ ਵਿਚਾਰੋ। ਇਹ ਜੋ ਗਿਆਨ ਦੀਆਂ ਗੱਲਾਂ ਆਪ ਜੀ ਕਰ ਰਹੇ ਹੋ, ਹੇ ਮੇਰੇ ਮਾਲਕ, ਮੈਂ ਬੇਨਤੀ ਰੂਪ ਹੋ ਕੇ ਇਹਨਾਂ ਗੱਲਾਂ ਦੇ ਆਧਾਰ ਤੇ ਇੱਕ ਹੋਰ ਗੱਲ ਪੁੱਛਣੀ ਚਾਹੁੰਨਾ। ਰੋਸ ਨਾ ਕੀਜੈ ਉੱਤਰ ਦੀਜੈ, ਗੁੱਸਾ ਤੇ ਨਾ ਕਰੋਗੇ? ਜਵਾਬ ਦਿਓਗੇ? ਕਿਉਂ ਪਾਈਆ ਗੁਰਦੁਆਰੋ? ਇਹ ਜਿਹੜੇ ਉਸ ਅਕਾਲ ਪੁਰਖ ਦੇ ਦਰ ਦੀਆਂ ਗੱਲਾਂ ਆਪ ਜੀ ਕਰ ਰਹੇ ਹੋ, ਇਹ ਗੁਰੂ ਦਾ ਦਰ ਕਿਵੇਂ ਸਾਨੂੰ ਮਿਲੇ? ਕਿਵੇਂ ਇਹ ਗੁਰੂ ਦਾ ਦਰ ਸਾਨੂੰ ਪ੍ਰਾਪਤ ਹੋਵੇ? ਗੁੱਸਾ ਨਾ ਕਰਿਓ, ਮੇਰੀ ਗੱਲ ਦਾ ਜਵਾਬ ਦਿਓ। ਜਵਾਬ ਸੁਣ ਲਓ ਬਾਬੇ ਨਾਨਕ ਦਾ। ਕਹਿੰਦੇ ਇਹ ਮਨ ਚਲਤੋ ਸੱਚ ਘਰ ਬੈਸੈ, ਨਾਨਕ ਨਾਮ ਆਧਾਰੋ। ਕਹਿੰਦੇ ਇਹ ਜਿਹੜਾ ਮਨ ਚਲਾਇਮਾਨ ਹੈ, ਇਹਨੂੰ ਆਪਣੇ ਅੰਦਰ ਬਿਠਾ ਲਓ, ਥਿਰ ਘਰ ਰੱਖੋ, ਮਨ ਬੌਰੇ ਕੋ ਇੱਕ ਪਲ ਚੱਲਣ ਨਾ ਦੀਜੈ। ਇਹਨੂੰ ਬਿਠਾਓ ਅੰਦਰ, ਇਹਦੇ ਚ ਵਿਚਾਰ ਹੀ ਨਾ ਆਉਣ ਦਿਓ। ਨਾਨਕ ਨਾਮ ਆਧਾਰੋ, ਨਾਮ ਨੂੰ ਆਪਣਾ ਆਧਾਰ ਬਣਾ ਲਓ। ਤੁਸੀਂ ਹੋਰ ਕੁਝ ਵੀ ਨਹੀਂ ਕਰਨਾ। ਮਨ ਨੂੰ ਖੜਾ ਕਰਨ ਦੀ ਕੋਸ਼ਿਸ਼ ਕਰਨੀ ਹੈ, ਮਨ ਨੂੰ ਬਾਹਰ ਨਹੀਂ ਜਾਣ ਦੇਣਾ, ਤੇ ਨਾਮ ਦਾ ਲੈਣਾ ਆਸਰਾ। ਤੁਸੀਂ ਨਹੀਂ ਕੁਝ ਕਰਨਾ, ਕਰਤੇ ਪੁਰਖ ਨੇ ਆਪੇ ਆ ਕੇ ਤੁਹਾਨੂੰ ਮਿਲ ਪੈਣਾ। ਆਪੇ ਮੇਲ ਮਿਲਾਏ ਕਰਤਾ, ਲਾਗੈ ਸਾਚ ਪਿਆਰੋ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਕਹਿੰਦੇ ਉਹ ਕਰਤਾਰ ਨੇ, ਅਕਾਲ ਪੁਰਖ ਨੇ ਆਪ ਹੀ ਤੁਹਾਨੂੰ ਜੋੜ ਲੈਣਾ ਆਪਣੇ ਨਾਲ। ਬਸ ਤੁਸੀਂ ਇੱਕ ਰਸ, ਇੱਕ ਭਰੋਸੇ ਦੇ ਵਿੱਚ ਗੁਰਮਤ ਨੂੰ ਧਾਰਨ ਕਰਕੇ, ਗੁਰਮੁਖ ਸਿਸਟਮ ਦੇ ਵਿੱਚ ਆ ਕੇ ਉਹਦੀ ਭਗਤੀ ਕਰੋ, ਨਾਮ ਦਾ ਅਭਿਆਸ ਕਰੋ। ਆਪੇ ਮੇਲ ਮਿਲਾਏ ਕਰਤਾ। ਕਹਿੰਦੇ ਤੁਹਾਨੂੰ ਨਹੀਂ ਚਿੰਤਾ ਕਰਨ ਦੀ ਲੋੜ, ਤੁਹਾਨੂੰ ਸਿਰਫ ਨਾਮ ਜਪ ਜਪ ਕੇ ਮਨ ਨੂੰ ਖੜਾ ਕਰਨ ਦੀ ਲੋੜ ਹੈ, ਮਨ ਨੂੰ ਵਿਚਾਰਾਂ ਤੋਂ ਪਰੇ ਕਰਨ ਦੀ ਲੋੜ ਹੈ। ਕਿਆ ਭਵੀ ਹੈ ਸੱਚ ਸੂਚਾ ਹੋਏ, ਸਾਚ ਸ਼ਬਦ ਬਿਨ ਮੁਕਤ ਨਾ ਕੋਈ। ਨੰਬਰ 7,
ਵਾਹਿਗੁਰੂ। ਹਾਟੀ ਬਾਟੀ ਰਹੇ ਨਿਰਾਲੇ ਰੂਖ ਬਿਰਖ ਉਦਿਆਨੇ। ਕੰਦ ਮੂਲ ਆਹਾਰੋ ਖਾਈਐ ਔਧੂ ਬੋਲੇ ਗਿਆਨੇ। ਤੀਰਥ ਨਹਾਈਐ ਸੁਖ ਫਲ ਪਾਈਐ ਮੈਲ ਨ ਲਾਗੈ ਕਾਈ। ਗੋਰਖ ਪੂਤ ਲੋਹਾ ਰੀਪਾ ਬੋਲੇ ਜੋਗ ਜੁਗਤ ਬਿਦ ਸਾਈ। ਹਾਟੀ ਕਹਿੰਦੇ ਜੀ ਹੱਟੀ ਨੂੰ, ਦੁਕਾਨ। ਬਾਟੀ, ਬਾਟੀ ਹੁੰਦਾ ਰਾਹ। ਹਾਟੀ ਬਾਟੀ ਰਹੇ ਨਿਰਾਲੇ ਰੂਖ ਬਿਰਖ ਉਦਿਆਨੇ। ਇਹ ਗੋਰਖ ਦਾ ਪੁੱਤਰ ਸੀ ਲੋਰੀਪਾ। ਨਾਮ ਹੀ ਦੱਸੇ ਦੇਖੋ। ਕਹਿੰਦਾ ਸਾਡਾ ਤੇ ਮਾਰਗ ਇਹ ਹੈ ਕਿ ਅਸੀਂ ਹਾਟੀ ਬਾਟੀ ਕਿ ਆਹ ਜਿਹੜੀਆਂ ਦੁਨੀਆ ਦੇ ਜਿਹੜੇ ਰਸਤੇ ਹੈ, ਦੁਨੀਆ ਦੀ ਕਿਰਤ ਕਮਾਈ ਤੋਂ ਅਸੀਂ ਪਰੇ ਹੋ ਕੇ, ਮੇਲੇ ਮੰਡੀ ਤੋਂ ਪਰੇ ਹੋ ਕੇ ਅਸੀਂ ਆ ਕੇ ਜੰਗਲਾਂ 'ਚ ਰੁੱਖ ਹੇਠ ਆ ਕੇ ਬਹਿ ਜਾਈਦਾ। ਕੰਦ ਮੂਲ ਆਹਾਰੋ ਖਾਈਐ ਔਧੂ ਬੋਲੇ ਗਿਆਨੇ। ਤੇ ਬਸ ਕੰਦ ਮੂਲ ਉੱਤੇ ਗੁਜ਼ਾਰਾ ਕਰੀਦਾ। ਸਾਨੂੰ ਤੇ ਜਿਹੜਾ ਗੋਰਖ ਦਾ ਮਾਰਗ ਹੈ, ਲੋਰੀਪਾ ਨੇ ਸਾਨੂੰ ਤੇ ਆਹ ਵਿਧੀ ਦੱਸੀ ਸੀ। ਸਾਨੂੰ ਤੇ ਏਦਾਂ ਦੱਸਿਆ ਸੀ ਉਹਨੇ। ਤੀਰਥ ਵੀ ਨਹਾ ਆਈਦੇ ਆ ਕਿਤੇ ਵੇਲੇ ਕੁ ਵੇਲੇ ਜਾ ਕੇ, ਤਾਂ ਕਿ ਜਿਹੜੀ ਪਾਪਾਂ ਦੀ ਮੈਲ ਹੈ ਉਹ ਉਤਰਦੀ ਰਹੇ। ਇਹ ਉਹਨਾਂ ਦਾ ਬਿਲੀਵ ਸੀ। ਉਹ ਦੱਸ ਰਹੇ ਆ ਕਿ ਮੈਂ ਦੁਨਿਆਵੀ ਝਮੇਲਿਆਂ ਤੋਂ ਹਾਟੀ ਬਾਟੀ ਰਹੇ ਨਿਰਾਲੇ। ਦੁਨਿਆਵੀ ਝਮੇਲਿਆਂ ਤੋਂ ਦੂਰ ਆ ਕੇ ਅਸੀਂ ਰੁੱਖਾਂ ਬਿਰਖਾਂ ਦੇ ਥੱਲੇ ਰਹਿਣਾ ਆਰੰਭ ਕਰ ਦਿੰਦੇ ਹਾਂ। ਕੰਦ ਮੂਲ ਸਾਡਾ ਜਿਹੜਾ ਆਹਾਰ ਹੈ। ਤੀਰਥ ਨਹਾਈਐ ਸੁਖ ਫਲ ਪਾਈਐ ਮੈਲ ਨਾ ਲਾਗੈ ਕਾਈ। ਤੀਰਥਾਂ ਦੀ ਵੀ ਯਾਤਰਾ ਅਸੀਂ ਕਰ ਆਈ ਦੀ ਹੈ, ਉੱਥੇ ਇਸ਼ਨਾਨ ਕਰ ਆਈ ਦੇ ਹੈ। ਇਹਦੇ ਨਾਲ ਮਨ ਵੀ ਸਾਫ਼ ਰਹਿੰਦਾ। ਗੋਰਖ ਪੂਤ ਲੋਹਾ ਰੀਪਾ ਬੋਲੇ। ਜਿਹੜਾ ਗੋਰਖ ਜੋਗੀ ਦਾ ਪੁੱਤਰ ਲੋਰੀਪਾ, ਉਹਨੇ ਸਾਨੂੰ ਇਸ ਤਰ੍ਹਾਂ ਦੀ ਵਿਧੀ ਜਿਹੜੀ ਹੈ ਉਹ ਦ੍ਰਿੜਾਈ ਸੀ। ਹੁਣ ਇਹ ਡਿਸਕਸ਼ਨ ਇੱਥੇ ਸਵਾਲ ਨਹੀਂ ਹੈ, ਇਹ ਡਿਸਕਸ਼ਨ ਚੱਲ ਪਈ ਹੈ ਕਿ ਸਾਨੂੰ ਤੇ ਉਹਨੇ ਏਦਾਂ ਦਾ ਦੱਸਿਆ ਸੀ। ਨੰਬਰ 8 ਵਿਚਾਰਦੇ ਹਾਂ ਜੀ ਆਪਾਂ। ਕਹਿੰਦੇ ਹਾਟੀ ਬਾਟੀ ਨੀਂਦ ਨਾ ਆਵੇ ਪਰ ਘਰ ਚਿੱਤ ਨਾ ਡੁਲਾਈ। ਕਹਿੰਦੇ ਤੁਸੀਂ ਹਾਟੀ ਬਾਟੀ ਤਿਆਗਤੀ ਹੈ, ਦੁਨੀਆ ਦੇ ਝਮੇਲਿਆਂ ਤੋਂ ਦੂਰ ਆ ਗਏ ਆ, ਪਰ ਤੁਹਾਨੂੰ ਚੈਨ ਦੀ ਨੀਂਦ ਤੇ ਫਿਰ ਵੀ ਨਹੀਂ ਆ ਰਹੀ। ਪਰ ਘਰ ਚਿੱਤ ਨਾ ਡੁਲਾਈ। ਤੁਹਾਡਾ ਚਿੱਤ ਜਿਹੜਾ ਮਨ ਦੇ ਵਿੱਚ ਕਾਮ ਦੀਆਂ, ਕ੍ਰੋਧ ਦੀਆਂ, ਲੋਭ ਦੀਆਂ, ਮੋਹ ਦੀਆਂ, ਹੰਕਾਰ ਦੀਆਂ ਲਹਿਰਾਂ ਉੱਠਦੀਆਂ ਨੇ। ਭਾਵੇਂ ਤੁਸੀਂ ਦੁਨੀਆ ਦੇ ਝਮੇਲਿਆਂ ਤੋਂ ਉਪਰਾਮ ਹੋ ਗਏ ਹੋ, ਹਾਟੀ ਬਾਟੀ ਤੋਂ ਪਰੇ ਆ ਗਏ ਹੋ, ਰੁੱਖਾਂ ਬੀਰਖਾਂ ਦੇ ਥੱਲੇ ਤੁਸੀਂ ਬੜਾ ਸਾਦਾ ਜੀਵਨ ਗੁਜ਼ਾਰ ਰਹੇ ਹੋ, ਕੰਦ ਮੂਲ ਖਾ ਰਹੇ ਹੋ, ਪਰ ਤੁਹਾਨੂੰ ਚੈਨ ਦੀ ਨੀਂਦ ਤੇ ਆਈ ਨਹੀਂ, ਚੈਨ ਤੇ ਮਿਲਿਆ ਹੀ ਨਹੀਂ ਤੁਹਾਨੂੰ। ਤੇ ਤੁਹਾਡਾ ਜਿਹੜਾ ਚਿੱਤ ਹੈ ਉਹ ਪਰ ਘਰ ਡੋਲ ਰਿਹਾ ਹੈ, ਮਾਇਆ ਦੇ ਵਿੱਚ ਆ ਰਿਹਾ ਬਾਰ-ਬਾਰ। ਇਹ ਬਾਬੇ ਨਾਨਕ ਨੇ ਉਹਨਾਂ ਦਾ ਚਿੱਤ ਪੜ੍ਹ ਲਿਆ, ਦੇਖ ਲਿਆ ਵੀ ਕਿੱਥੇ ਕੁ ਤੱਕ ਇਹ ਹੈਗੇ ਆ। ਕਹਿੰਦੇ ਬਿਨ ਨਾਵੇਂ ਮਨ ਟੇਕ ਨਾ ਟਿਕੇ, ਨਾਨਕ ਭੂਖ ਨਾ ਜਾਏ। ਕਹਿੰਦੇ ਨਾਮ ਤੋਂ ਬਿਨਾ ਇਹ ਮਨ ਨੇ ਨਹੀਂ ਟਿਕਣਾ। ਇੱਕ ਤੇ ਭਰੋਸੇ ਤੋਂ ਬਿਨਾ, ਇੱਕ ਦੇ ਜਾਪ ਤੋਂ ਬਿਨਾ
ਇਹ ਮਨ ਨੇ ਨਹੀਂ ਖੜਨਾ, ਇਹ ਤੁਹਾਡੀ ਭੁੱਖ ਨਹੀਂ ਜਾਣੀ, ਇਹ ਤ੍ਰਿਸ਼ਨਾ ਨਹੀਂ ਜਾਣੀ। ਹਾਟ ਪੱਟਣ, ਇੱਥੇ ਹੁਣ ਔਂਕੜ ਆ ਗਿਆ। ਹਾਟੀ ਬਾਟੀ ਤੋਂ ਹਾਟ ਪੱਟਣ ਆ ਗਿਆ। ਹਾਟ ਪੱਟਣ ਘਰ ਗੁਰੂ ਦਿਖਾਇਆ। ਹਾਟ ਪੱਟਣ ਘਰ ਗੁਰੂ ਦਿਖਾਇਆ, ਸਹਿਜੇ ਸੱਚ ਵਪਾਰੋ। ਵਾਹਿਗੁਰੂ, 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 ਵਾਹਿਗੁਰੂ। ਅਸਲੀ ਵਪਾਰ, ਅਸਲੀ ਹੱਟੀ ਉਹ ਹੈ ਨਾਮ ਦੀ। ਅਸਲੀ ਸ਼ਹਿਰ ਉਹ ਹੈ ਨਾਮ ਦਾ। ਅਸਲੀ ਘਰ ਉਹ ਹੈ ਨਾਮ ਦਾ। ਹਾਟੀ ਬਾਟੀ ਨੀਂਦ ਨ ਆਵੈ, ਪਰ ਘਰ ਚਿਤ ਨ ਡੁਲਾਈ। ਬਿਨ ਨਾਵੇਂ ਮਨ ਟੇਕ ਨ ਟਿਕਈ, ਨਾਨਕ ਭੂਖ ਨ ਜਾਈ। ਹਾਟ ਪੱਟਣ ਘਰ ਗੁਰੂ ਦਿਖਾਇਆ। ਜਿਸ ਇੱਕ ਅਕਾਲ ਪੁਰਖ ਦੀ ਮੈਂ ਇਬਾਦਤ ਕਰ ਰਿਹਾ, ਜਿਸ ਇੱਕ ਦੀ ਮੈਂ ਭਗਤੀ ਕਰ ਰਿਹਾ, ਉਹਨੇ ਮੈਨੂੰ ਸਮਝਾ ਦਿੱਤਾ ਕਿ ਅਸਲ ਹੱਟੀ ਇਹੋ ਹੀ ਹੈ, ਅਸਲ ਸ਼ਹਿਰ ਇਹੋ ਹੀ ਹੈ, ਅਸਲ ਘਰ ਇਹੋ ਹੀ ਹੈ, ਜਿਹਦਾ ਮੈਂ ਵਪਾਰ ਕਰਨਾ, ਜਿੱਥੇ ਮੈਂ ਟਿਕਾ ਕਰਨਾ, ਜਿਹਦੇ ਵਿੱਚ ਮੈਂ ਰਹਿਣਾ, ਸਹਿਜੇ ਸੱਚ ਵਾਪਾਰੋ। ਆਰਾਮ ਦੇ ਨਾਲ ਸ਼ਬਦ ਦੇ ਅਭਿਆਸ ਵਿੱਚ ਮੈਂ ਜੁੜੇ ਰਹਿਣਾ, ਨਾਮ ਨੂੰ ਵਿਹਾਜਣਾ, ਨਾਮ ਦਾ ਵਪਾਰ ਕਰਨਾ। ਖੰਡਿਤ ਨਿੰਦਰਾ, ਇਹ ਖੰਡਿਤ ਨਿੰਦਰਾ ਮੈਂ ਕਿਸੇ ਦਿਨ ਥੋੜਾ ਜਿਹਾ ਟਾਈਮ ਲਾਉਂਗਾ। ਹਲੇ ਇਹਦੇ ਤੇ ਆਪਾਂ ਇੰਨਾ ਹੀ ਵਿਚਾਰ ਰੱਖਾਂਗੇ ਕਿ ਘੱਟ ਤੋਂ ਘੱਟ ਅਲਪ ਆਹਾਰਨ, ਥੋੜਾ ਖਾਣਾ, ਥੋੜਾ ਸੌਣਾ, ਤੇ ਵੱਧ ਤੋਂ ਵੱਧ ਉਸ ਤੱਤ ਦੀ ਵਿਚਾਰ ਕਰਨੀ, ਸ਼ਬਦ ਦੀ ਵਿਚਾਰ ਕਰਨੀ, ਵੱਧ ਤੋਂ ਵੱਧ ਨਾਮ ਜਪਣਾ। ਸਤਿਗੁਰ ਨੇ ਜਿਸ ਨਾਮ ਅਭਿਆਸੀ ਨੂੰ ਇਹ ਟਿਕਾਣਾ, ਸ਼ਹਿਰ ਤੇ ਘਰ ਵਿਖਾ ਦਿੱਤਾ, ਉਹ ਦੁਨੀਆ ਦੇ ਵਿੱਚ ਰਹਿੰਦਿਆਂ ਹੋਇਆਂ ਵੀ, ਦੁਨੀਆ ਦੇ ਧੰਦਿਆਂ ਦੇ ਵਿੱਚ ਵਿਹਾਜਦਾ ਹੋਇਆ ਵੀ ਅਡੋਲ ਰਹਿ ਕੇ ਨਾਮ ਦਾ ਵਪਾਰ ਕਰਦਾ ਹੈ। ਕਿਆ ਭਵੀਐ ਸੱਚ ਸੁੱਚਾ ਹੋਏ, ਸਾਚ ਸ਼ਬਦ ਬਿਨ ਮੁਕਤ ਨ ਕੋਇ। ਉਹ ਦੁਨਿਆਵੀ ਤੌਰ ਤੇ ਇੱਧਰ ਉੱਧਰ ਫਿਰਦੇ ਹੀ ਸੀ, ਕਦੇ ਜੰਗਲਾਂ 'ਚ, ਕਦੇ ਤੀਰਥਾਂ ਤੇ, ਕਦੇ ਕਿਤੇ ਪਹਾੜਾਂ ਤੇ, ਕਦੇ ਕਿਤੇ। ਬਟ ਅੰਦਰੂਨੀ ਤੌਰ ਤੇ ਵੀ ਉਹਨਾਂ ਨੇ ਕਿਹਾ ਵੀ ਮਨ ਨੂੰ ਇੱਕ ਥਾਂ ਤੇ ਟਿਕਾਓ, ਮਨ ਨੂੰ ਵਿਚਾਰਾਂ ਤੋਂ ਮੁਕਤ ਕਰਾਓ, ਤਾਂ ਹੀ ਅਸੀਂ ਉਸ ਕਰਤੇ ਪੁਰਖ ਦੇ ਪ੍ਰਸਾਦ ਦੇ, ਗੁਰ ਪ੍ਰਸਾਦ ਦੇ, ਕਿਰਪਾ ਦੇ ਪਾਤਰ ਬਣਾਂਗੇ। ਤਾਂ ਹੀ ਅਸੀਂ ਸੂਚੇ ਹੋਵਾਂਗੇ। ਸੂਚੇ ਇਹ ਨਾ ਆਖੀਐ ਬਹਿਣ ਜੇ ਪਿੰਡਾ ਧੋਏ, ਸੂਚੇ ਸੇਈ ਨਾਨਕਾ ਜਿਨ ਮਨ ਵਸਿਆ ਸੋਏ। ਜਿਸ ਮਨ ਦੇ ਵਿੱਚ ਉਸ ਅਕਾਲ ਪੁਰਖ ਪਰਮੇਸ਼ਰ ਦਾ ਪ੍ਰਕਾਸ਼ ਹੋ ਜੇ, ਫਿਰ ਉੱਥੇ ਵਿਚਾਰ ਕਿੱਥੇ ਆਉਣੇ ਆ? ਉੱਥੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੀ ਥਾਂ ਨਹੀਂ ਰਹਿ ਜਾਂਦੀ।
ਇਹ ਹੈ ਅਕਾਲ ਪੁਰਖ ਦੀ ਚਰਚਾ, ਸਿੱਧ ਗੋਸ਼ਟ, ਸਿੱਧ ਦੀ ਚਰਚਾ, ਸਿੱਧ ਐਨਸ ਏਕ ਨਾਮ ਜੋ ਜਾਗੇ, ਕੇਤਕ ਸਿੱਧ ਭਏ ਲਿਵ ਲਾਗੇ। ਇਹ ਸਾਧਕ ਸਿੱਧ ਜਿਹੜੇ ਸੋ ਕਾਲਡ ਨੇ, ਜੋਗੀ, ਇੱਧਰ ਉੱਧਰ ਭਟਕਣ ਵਾਲੇ, ਜਿਨ੍ਹਾਂ ਦੇ ਮਨ ਬੇਚੈਨ ਹੈ, ਉਹਨਾਂ ਨਾਲ ਵਾਰਤਾਲਾਪ ਵੀ ਹੈ, ਲੇਕਿਨ ਇਸ ਵਾਰਤਾਲਾਪ ਦੇ ਵਿੱਚ ਅਕਾਲ ਪੁਰਖ ਦੀ ਚਰਚਾ ਹੈ, ਅਕਾਲ ਪੁਰਖ ਦੇ ਨਾਮ ਦੀ ਚਰਚਾ ਹੈ, ਅਕਾਲ ਪੁਰਖ ਦੇ ਨਾਮ ਦੀਆਂ ਗੱਲਾਂ ਨੇ। ਇਸ ਤਰ੍ਹਾਂ ਅਸੀਂ ਗੁਰਬਾਣੀ ਚੋਂ ਗਿਆਨ ਲੈਣਾ ਹੈ। ਇਸ ਤਰ੍ਹਾਂ ਅਸੀਂ ਗੁਰਬਾਣੀ ਦੇ ਅਕੋਰਡਿੰਗਲੀ ਆਪਣਾ ਜੀਵਨ ਜਿਉਣਾ ਹੈ। ਇੱਕ ਦਿਨ 'ਚ ਨਹੀਂ ਹੋਣਾ ਸਾਰਾ ਕੁਛ। ਮਤ ਸਮਝੋ ਵੀ ਇੱਕ ਦਿਨ 'ਚ ਆਪਾਂ ਸਾਰਾ ਕੁਛ ਕਰ ਲਾਂਗੇ ਨਾ। ਸਹਿਜੇ ਸਹਿਜੇ, ਸਹਿਜੇ ਸੱਚ ਵਪਾਰੋ। ਇਹ ਮਾਰਗ ਹੀ ਬੜੇ ਸਹਿਜ ਦਾ। ਇੱਕ ਤੇ ਭਰੋਸਾ ਕਰਕੇ, ਇੱਕ ਦੁਆਰਾ ਦੀਖਿਤ ਹੋ ਕੇ, ਇੱਕ ਦੀ ਭਗਤੀ, ਐਸ ਸਿਸਟਮ ਦੇ ਵਿੱਚ ਅਸੀਂ ਆਈਏ ਤਾਂ ਗੱਲ ਬਣੇਗੀ। ਅਦਰਵਾਈਜ਼ ਬਥੇਰਾ ਕੁਛ ਹੋ ਰਿਹਾ, ਕੀਰਤਨ ਕਥਾ ਵਿਚਾਰਾਂ ਹੋਈ ਜਾ ਰਹੀਆਂ ਦੁਨੀਆ ਤੇ। ਦੁਨੀਆ ਤੇ ਨਾ ਸ਼ਾਂਤੀ ਹੈ, ਨਾ ਟਿਕਾ ਹੈ। ਇਸ ਮਾਰਗ ਦੇ ਉੱਤੇ ਅਸੀਂ ਚੱਲਣਾ ਸੀ, ਔਰ ਜਿਹਨੂੰ ਗੁਰਬਾਣੀ ਦੇ ਵਿੱਚ ਇੰਪੋਰਟੈਂਸ ਦਿੱਤੀ ਗਈ ਹੈ, ਅਸੀਂ ਉਹੀ ਰਸਤਾ ਜਿਹੜਾ ਖੁੰਝਾ ਦਿੱਤਾ। ਜੀਰੇ ਓਲਾ ਨਾਮ ਕਾ। ਪਰਮਾਤਮਾ ਦਾ ਹੀ ਇੱਕ ਨਾਮ ਦਾ ਹੀ ਐਸਾ ਆਸਰਾ ਹੈ ਜਿਹੜਾ ਇੱਥੇ ਵੀ ਔਰ ਪਰਲੋਕ ਵਿੱਚ ਵੀ ਸਹਾਈ ਹੁੰਦਾ ਹੈ। ਅਵਰ ਜੇ ਕਰਨ ਕਰਾਵਨੋ, ਤਿਨ ਮੈਂ ਭਉ ਹੈ ਜਾਮ ਕਾ। ਨਾਮ ਤੋਂ ਬਿਨਾਂ ਜੇ ਹੋਰ ਕੁਛ ਕਰਦੇ ਰਹੋਗੇ, ਜਮ ਦੀ ਮਾਰ ਹੇਠ ਰਹੋਗੇ। ਇਹ ਆਪਾਂ ਰੋਜ਼ ਪੜ੍ਹਦੇ ਹਾਂ। ਪੈਰਾਮੀਟਰਸ ਆਪਾਂ ਬਾਣੀ ਚੋਂ ਕੱਢ ਲੈਣੇ ਆ। ਜਿਨ ਹਰ 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 ਰਸ ਨਾਮ ਨਾ ਪਾਇਆ, ਤੇ ਭਾਗਹੀਣ ਜਮ ਪਾਸ। ਜਿਹੜੇ ਨਾਮ ਜਪ ਜਪ ਕੇ ਉਸ ਰਸ ਦੀ ਅਵਸਥਾ ਤੱਕ ਨਹੀਂ ਪਹੁੰਚੇ, ਉਹ ਜਮ ਦੀ ਮਾਰ ਹੇਠ ਨੇ। ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ, ਧ੍ਰਿਗ ਜੀਵੇ ਧ੍ਰਿਗ ਜੀਵਾਸ। ਸ਼ਰਨ ਆਉਣਾ ਕੀ ਹੈ? ਕੰਪਲੀਟਲੀ ਹਾਰ ਕੇ ਗੁਰ ਗੁਰ ਕਰਤ, ਸ਼ਰਨ ਜੇ ਆਵੇ ਤਿਸ ਆਏ ਮਿਲੇ, ਖਿਨ ਢੀਲ ਨਾ ਪਈਆ। ਇਹ ਹੈ ਸ਼ਰਨ ਆਉਣਾ। ਨਾਮ ਜਪਣਾ ਹੀ ਗੁਰੂ ਦੀ ਸ਼ਰਨ ਦੇ ਵਿੱਚ ਪੈ ਜਾਣਾ ਹੈ। ਨਾਮ ਜਪਣਾ ਹੀ, ਜੇਕਰ ਕਿਸੇ ਦੀ ਸੰਗਤ ਕਰਕੇ, ਜੇਕਰ ਕਿਸੇ ਦੀ ਗੱਲ ਸੁਣ ਕੇ ਸਾਡਾ ਨਾਮ ਜਪਣ ਨੂੰ ਜੀ ਕਰਦਾ ਹੈ, ਅਸੀਂ ਅਕਾਲ ਪੁਰਖ ਦੀ ਸ਼ਰਨ ਦੇ ਵਿੱਚ ਜਾ ਰਹੇ ਹਾਂ, ਸਟੈਪ ਬਾਏ ਸਟੈਪ। ਪ੍ਰਭ ਘਾਲਿਆ ਕਿਸੇ ਕਾ ਇੱਕ ਤਿਲ ਨਾ ਗਵਾਏ। ਇੱਕ ਤਿਲ ਜਿੰਨੀ ਕਮਾਈ ਵੀ ਜਿਹੜੀ ਹੈ ਉਹ ਕਾਊਂਟ ਹੋਣੀ ਹੈ, ਉਹ ਗਵਾਚਣੀ ਨਹੀਂ ਹੈ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿਨ ਧੁਰ ਮਸਤਕ ਲਿਖਿਆ ਲਿਖਾਸ। ਧਨ ਧਨ ਸਤ ਸੰਗਤ, ਜਿਤ ਹਰ ਰਸ ਪਾਇਆ, ਮਿਲ ਜਨ
ਨਾਨਕ ਨਾਮ ਪ੍ਰਗਾਸ। ਕਰਤਾ ਪੁਰਖ ਸਾਡੇ ਸਾਰਿਆਂ ਤੇ ਰਹਿਮਤ ਕਰਨ, ਆਪਣੇ ਦਰੋਂ ਘਰੋਂ ਨਾਮ ਦੀ ਦਾਤ ਬਖਸ਼ਣ, ਔਰ ਇਹ ਜੋ ਸੋਝੀ ਹੈ, ਇਹ ਜੋ ਗਿਆਨ ਹੈ, ਅਸੀਂ ਇਹਦੇ ਧਾਰਨੀ ਬਣੀਏ। ਗੱਲ ਇੱਕੋ ਹੀ ਹੈ ਨਾਮ ਅਭਿਆਸ ਦੀ, ਲੇਕਿਨ ਇਸ ਰਾਹ ਤੇ ਚੱਲਣਾ, ਇੰਨਾ ਭਰੋਸਾ ਬੱਝਣਾ ਬੜਾ ਔਖਾ ਹੈ। ਇਸ ਕਰਕੇ ਹੀ ਇੰਨਾ ਵੱਡਾ ਬ੍ਰਹਮ ਗਿਆਨ, ਇੰਨੀ ਵੱਡੀ ਪੋਥੀ ਜਿਹੜੀ ਹੈ, ਗੁਰਮਤ ਦਾ ਸਾਗਰ ਜਿਹੜਾ, ਉਹ ਸਾਨੂੰ ਤਿਆਰ ਕਰਕੇ ਸਾਡੇ ਗੁਰੂ ਸਾਹਿਬਾਨਾਂ ਨੇ ਭਗਤਾਂ ਦੀਆਂ ਬਾਣੀਆਂ ਵਿੱਚ ਪਾ ਕੇ, ਗਿਆਨ ਸਾਂਝ ਪਾ ਕੇ ਸਾਨੂੰ ਦਿੱਤਾ ਹੈ। ਸੋ ਇਹਦਾ ਅਸੀਂ ਲਾਭ ਉਠਾਈਏ। ਇਹਨੂੰ ਮੱਥੇ ਟੇਕ ਲਓ, ਭਾਵੇਂ ਦਿਹਾੜੀ 'ਚ ਇੱਕ ਨਹੀਂ, ਭਾਵੇਂ 100 ਵਾਰੀ, ਗੱਲ ਨਹੀਂ ਬਣਦੀ ਜਦੋਂ ਤੱਕ ਇਹਨੂੰ ਅਮਲ 'ਚ ਨਹੀਂ ਲੈ ਕੇ ਆਵਾਂਗੇ। ਗੁਰਬਾਣੀ 'ਚ ਤੁਕ ਆਉਂਦੀ, ਮੈਨੂੰ ਯਾਦ ਨਹੀਂ, ਭਾਵੇਂ 100 ਗੇੜਾ ਆਓ ਜਾਓ, 100 ਵਾਰੀ ਭਾਵੇਂ ਮੱਥਾ ਟੇਕੀ ਜਾਓ, ਗੁਰਦੁਆਰੇ ਜਾਈ ਜਾਓ, ਜਦੋਂ ਤੱਕ ਗੁਰਮਤ ਦੇ ਧਾਰਨੀ ਆਪਾ ਚੀਨ ਕੇ, ਆਪਣਾ ਐਨਾਲਿਸਿਸ ਕਰਕੇ ਵੀ ਮੈਂ ਕਿੱਥੇ ਖੜਾ, ਡੇ ਬਾਏ ਡੇ, ਹਾਂ ਮੈਂ ਵੀ, ਮੇਰੇ 'ਚ ਵੀ ਔਗੁਣ ਹੋ ਸਕਦੇ ਆ, ਮੈਂ ਵੀ ਮਾੜਾ ਹੋ ਸਕਦਾ ਕਈਆਂ ਗੱਲਾਂ 'ਚ, ਪਰ ਇਹ ਸੈਲਫ ਐਨਾਲਿਸਿਸ ਆਪਾਂ ਹੌਲੀ ਹੌਲੀ ਕਰਨਾ ਆਪਣਾ, ਤਾਈਓ ਅਸੀਂ ਗੁਰੂ ਦੀ ਭਗਤੀ ਕਰਨ ਦੇ ਕਾਬਲ ਹੋਵਾਂਗੇ। ਇਹ ਨਹੀਂ ਹੈ ਵੀ ਸਵੇਰੇ ਭਗਤੀ ਕਰ ਲਈ ਤੇ ਦੁਪਹਿਰ ਨੂੰ ਹੇਰਾ ਫੇਰੀਆਂ ਕਰ ਲੀਆਂ, ਸ਼ਾਮ ਨੂੰ ਭੈੜੀ ਸੰਗਤ ਕਰ ਲਈ ਤੇ ਰਾਤ ਨੂੰ ਆ ਕੇ ਘਰ ਸੌਂ ਗਏ। ਨਹੀਂ, ਇਹ ਥੋੜ੍ਹਾ ਜਿਹਾ ਕੰਟਰੋਲ ਵੀ ਕਰਨਾ ਪੈਣਾ ਸਾਨੂੰ, ਆਪਣਾ ਵੀ ਜਿਹੜਾ ਮਨ ਨੂੰ ਕਾਬੂ ਕਰਨਾ ਸਿੱਖਣਾ ਪੈਣਾ। 100% ਅਸੀਂ ਉਸ ਅਕਾਲ ਪੁਰਖ ਤੇ ਗੱਲ ਨਹੀਂ ਪਾਉਣੀ ਕਿ ਉਹ ਜੋ ਕਰੇਗਾ ਹੋਏਗਾ, ਨਹੀਂ, ਅਸੀਂ ਵੀ ਤੇ ਉਦਮ ਕਰਨਾ, ਅਸੀਂ ਵੀ ਹਿੰਮਤ ਕਰਨੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।